Hello students, welcome back to my YouTube channel. So let's start. Next type of question. What is meant by Joule's heating effect due to flow of current through a conductor? ਇੱਕ ਬੱਚੇ ਕੰਡਕਟਰ ਦੇ ਵਿੱਚ ਜਦੋਂ ਹੀਟ ਫਲੋ ਹੁੰਦੀ ਆ ਤਾਂ ਜਾਊਲਸ ਹੀਟਿੰਗ ਕੀ ਆ, ਜਿਹਨੂੰ ਪੰਜਾਬੀ ਵਿੱਚ ਬਿਜਲਈ ਕਰੰਟ ਦੀ ਤਾਪੀ ਪ੍ਰਭਾਵ ਕਿਹਾ ਜਾਂਦਾ ਹੈ। ਠੀਕ ਹੈ, ਤੱਤਾ ਤਾਪੀ ਪ੍ਰਭਾਵ। ਸੋ ਹਲਕਾ ਫੁਲਕਾ ਪਹਿਲਾਂ ਬੱਚੇ ਪੜ੍ਹਦੇ ਆ। ਸੋ ਆ ਕੀ ਹੈ, ਇੱਕ ਕੰਡਕਟਰ। ਠੀਕ ਹੈ, ਇੱਕ ਕੰਡਕਟਰ ਆ, ਕੰਡਕਟਰ ਦੇ ਅੰਦਰ ਜਿਹੜੇ ਇਲੈਕਟ੍ਰੋਨਸ ਆ ਫਲੋ ਕਰ ਰਹੇ ਆ। ਜੇ ਜਿਹੜਾ ਬੱਚੇ ਧਿਆਨ ਨਾਲ ਦੇਖੋ, ਕਰੰਟ ਅਗਰ ਇਸ ਡਾਇਰੈਕਸ਼ਨ 'ਚ ਜਾ ਰਿਹਾ ਤਾਂ ਇਲੈਕਟ੍ਰੋਨ ਇਹਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾਣਗੇ। ਠੀਕ ਹੈ, ਹੁਣ ਧਿਆਨ ਦੇਖੋ, ਪੋਟੈਂਸ਼ੀਅਲ ਡਿਫਰੈਂਸ ਇਜ਼ ਅਮਾਊਂਟ ਆਫ ਵਰਕ ਇਨ ਕੈਰਿੰਗ ਅ ਪੋਜ਼ੀਟਿਵ ਚਾਰਜ ਫਰੋਮ ਵਨ ਪੁਆਇੰਟ ਟੂ ਦ ਅਨਦਰ ਪੁਆਇੰਟ ਇਨ ਅ ਕੰਡਕਟਰ। ਠੀਕ ਹੈ, ਵਰਕ ਡਨ ਉਦੋਂ ਹੀ ਹੁੰਦਾ ਆ ਜਦੋਂ ਜਿਹੜਾ ਚਾਰਜ ਆ ਇੱਕ ਪੁਆਇੰਟ ਤੋਂ ਦੂਸਰੀ ਪੁਆਇੰਟ ਤੱਕ ਫਲੋ ਹੁੰਦਾ ਆ, ਮੂਵ ਕਰਦਾ ਆ। If W be the work done to carry the charge Q from one point to the another point, ਬੱਚੇ 'ਚ ਥਿਊਰੀ ਜ਼ਿਆਦਾ ਲਿਖੀ ਹੋਈ ਆ ਇਹ 'ਚ, ਤਾਂ ਕਰਕੇ ਮੈਂ ਇਹ ਪੇਜ ਚੂਜ਼ ਕੀਤਾ ਤਾਂ ਕਿ ਤੁਸੀਂ ਇਕੱਲਾ ਇਕੱਲਾ ਵਰਡ ਧਿਆਨ ਨਾਲ ਸਮਝ ਸਕੋ। ਅਦਰਵਾਈਜ਼ ਤੁਸੀਂ ਸ਼ਾਰਟ ਫਾਰਮ ਦੇ ਵਿੱਚ ਇਹ ਵਾਲਾ ਕੁਐਸਚਨ ਅਟੈਂਪਟ ਕਰ ਸਕਦੇ ਆ, ਲਾਈਕ ਮੈਥਮੈਟੀਕਲ ਪੋਰਸ਼ਨ ਲਿਖ ਲਿਆ ਜਾਂ ਲੈਟ ਅਸ ਕੰਸੀਡਰ ਆ ਕੰਡਕਟਰ ਦੀ ਡਾਇਗਰਾਮ ਨਾ ਬਣਾਓ, ਸਿਰਫ ਮੈਥਮੈਟੀਕਲ ਲਿਖੋਗੇ ਤਾਂ ਵੀ ਚੱਲੇਗਾ। ਠੀਕ ਹੈ, ਸੋ ਦੇਖੋ ਧਿਆਨ ਨਾਲ, ਪੋਟੈਂਸ਼ੀਅਲ ਡਿਫਰੈਂਸ ਕਿਹਦੇ ਇਕੁਅਲ ਹੁੰਦਾ? ਵਰਕ ਡਨ ਡਿਵਾਈਡਡ ਬਾਈ ਚਾਰਜ। ਪੋਟੈਂਸ਼ੀਅਲ ਡਿਫਰੈਂਸ ਨੂੰ ਕਾਹਦੇ ਨਾਲ ਡਿਨੋਟ ਕੀਤਾ ਜਾਂਦਾ? V ਦੇ ਨਾਲ। ਵਰਕ ਡਨ ਨੂੰ W ਦੇ ਨਾਲ ਤੇ ਚਾਰਜ ਨੂੰ Q ਦੇ ਨਾਲ। ਠੀਕ ਹੈ, ਸੋ ਦੇਖੋ ਆਹ ਵਾਲੇ Q ਨੂੰ ਇੱਧਰ V ਨਾਲ ਮਲਟੀਪਲਾਈ ਕੀਤਾ ਤਾਂ W ਦਾ ਆਨਸਰ ਆ ਗਿਆ V ਮਲਟੀਪਲਾਈ ਬਾਈ Q। ਸੋ ਇਹਨੂੰ ਆਪਾਂ ਇਕੁਏਸ਼ਨ ਨੰਬਰ 1 ਦੇ ਦਿੱਤਾ। ਹੁਣ ਅਸੀਂ ਮੰਨ ਲਿਆ ਕਿ ਜਿਹੜਾ ਅਸੀਂ ਕੰਡਕਟਰ ਲਿੱਤਾ ਸੀ, ਇਸ ਤਰ੍ਹਾਂ ਦਾ ਆਪਾਂ ਇੱਕ ਕੰਡਕਟਰ ਲਿੱਤਾ ਸੀ, ਇਹ 'ਚ ਜਿਹੜਾ ਕਰੰਟ ਆ ਉਹ ਕਿੰਨਾ ਜਾ ਰਿਹਾ? I ਕਰੰਟ ਫਲੋਇੰਗ ਥਰੂ ਦਾ ਕੰਡਕਟਰ ਫॉर ਟਾਈਮ T ਟਾਈਮ ਦੇ ਵਿੱਚ ਕਰੰਟ ਫਲੋ ਹੋ ਰਿਹਾ। ਇਹਦਾ ਮਤਲਬ ਟੋਟਲ ਚਾਰਜ Q ਕਿਹਦੇ ਇਕੁਅਲ ਹੋਏਗਾ? IT ਦੇ ਇਕੁਅਲ। ਠੀਕ ਹੈ ਜੀ, ਅੱਗੇ ਦੇਖੋ, ਆਹੀ ਬੱਚੇ Q ਦੀ ਵੈਲਿਊ ਅਸੀਂ ਇਕੁਏਸ਼ਨ ਨੰਬਰ 1 'ਚ ਪੁੱਟ ਕਰਨ ਲੱਗੇ ਹਾਂ। ਸੋ W ਦੀ ਜਗ੍ਹਾ 'ਤੇ W ਆ ਗਿਆ, V ਦੀ ਜਗ੍ਹਾ 'ਤੇ V ਆ ਗਿਆ, Q ਦੀ ਜਗ੍ਹਾ 'ਤੇ ਕੀ ਪੁੱਟ ਕੀਤਾ ਅਸੀਂ? IT। ਠੀਕ ਹੈ, ਜਿਹੜਾ ਬੱਚੇ ਅਸੀਂ W ਫਾਈਂਡ ਆਊਟ ਕੀਤਾ, ਦਿਸ W ਇਜ਼ ਇਕੁਅਲ ਟੂ ਦਾ ਐਨਰਜੀ ਸਪਲਾਈ ਟੂ ਅ ਕੰਡਕਟਰ ਔਰ ਸਰਕਿਟ। ਇਹ ਉਹ ਵਰਕ ਡਨ ਆ ਜਿਹੜਾ ਅਸੀਂ ਕਿਸੇ ਸਰਕਿਟ ਨੂੰ ਦਿੱਤਾ ਆ। ਬੱਚੇ ਵਰਕ ਡਨ ਉਨਾ ਹੀ ਹੋਏਗਾ ਜਿੰਨਾ ਕਹਿ ਲਓ ਹੀਟ ਯੂਜ਼ ਹੋਈ। ਠੀਕ ਹੈ, ਪ੍ਰੋਡਿਊਸ ਹੋਈ। ਸੋ W ਦੀ ਜਗ੍ਹਾ 'ਤੇ ਬੱਚੇ ਅਸੀਂ H ਵੀ ਲਿਖ ਸਕਦੇ ਹਾਂ। ਆਹ ਵਾਲੀ ਸਾਰੀ ਥਿਊਰੀ ਨਾ ਲਿਖਣਾ। ਠੀਕ ਹੈ, W ਦੀ ਜਗ੍ਹਾ 'ਤੇ ਅਸੀਂ H ਵੀ ਲਿਖ ਸਕਦੇ ਹਾਂ। ਸੋ H ਇਜ਼ ਇਕੁਅਲਸ ਟੂ VIT। ਸੋ ਇੱਥੋਂ ਤੁਹਾਡਾ H ਦਾ ਫਾਰਮੂਲਾ ਆ ਗਿਆ ਜੋ ਨੀਚੇ ਦਿੱਤਾ ਹੋਇਆ ਇਨ ਜਾਊਲਸ ਦੇ ਵਿੱਚ। ਠੀਕ ਹੈ, ਸਿਰਫ W ਦੀ ਜਗ੍ਹਾ 'ਤੇ ਅਸੀਂ H ਯੂਜ਼ ਕਰ ਲਿਆ। ਅੱਗੇ ਦੇਖੋ, ਅਕੋਰਡਿੰਗ ਟੂ ਓਮਸ ਲਾਅ V ਕਿਹਦੇ ਇਕੁਅਲ ਹੁੰਦਾ? IR ਦੇ। ਠੀਕ ਹੈ, ਸੋ ਅਸੀਂ V ਦੀ ਵੈਲਿਊ ਪੁੱਟ ਕਰਨ ਲੱਗੇ ਹਾਂ। ਸੋ ਕਿਸ ਤਰੀਕੇ ਨਾਲ ਕਰਾਂਗੇ? ਸਾਡੇ ਕੋਲ H ਦੀ ਵੈਲਿਊ ਬੱਚੇ ਕਿੰਨੀ ਆਈ ਸੀ? VIT। ਅਸੀਂ V ਦੀ ਜਗ੍ਹਾ 'ਤੇ ਕੀ ਪੁੱਟ ਕਰਨ ਲੱਗੇ ਹਾਂ? IR। ਓਮਸ ਲਾਅ ਕੀ ਕਹਿੰਦਾ? IR। ਸੋ V ਦੀ ਜਗ੍ਹਾ 'ਤੇ ਬੱਚੇ ਅਸੀਂ IT ਪੁੱਟ ਕਰ ਦਿੱਤਾ। ਠੀਕ ਹੈ, I ਨੂੰ I ਨਾਲ ਮਲਟੀਪਲਾਈ ਕੀਤਾ, ਸਾਡੇ ਕੋਲ ਆ ਗਿਆ I² RT। ਕਲੀਅਰ ਹੋ ਗਿਆ? H ਦੀ ਵੈਲਿਊ I² RT ਕਿਸ ਤਰੀਕੇ ਨਾਲ ਆਈ ਕਿ ਅਸੀਂ V ਦੀ ਵੈਲਿਊ ਪੁੱਟ ਕਰ ਦਿੱਤੀ ਓਮਸ ਲਾਅ ਤੋਂ। ਇੱਥੋਂ ਬੱਚੇ ਸਾਡੀ ਨੈਕਸਟ ਇਕੁਏਸ਼ਨ ਬਣ ਗਈ, ਤੁਸੀਂ ਇਹਨੂੰ ਇਕੁਏਸ਼ਨ ਨੰਬਰ 2 ਵੀ ਲਿਖ ਸਕਦੇ ਆ। ਠੀਕ ਹੈ, ਸੋ ਆ ਤੁਹਾਡੀ ਇੱਕ ਇਕੁਏਸ਼ਨ ਬਣ ਗਈ। ਹੁਣ ਦੇਖੋ ਬੱਚੇ, I ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਆ? V/R। ਓਮਸ ਲਾਅ ਤੋਂ ਹੀ ਕੱਢ ਲਓ, V ਇਜ਼ ਇਕੁਅਲਸ ਟੂ IR। ਇਹਦਾ ਮਤਲਬ I ਦੀ ਵੈਲਿਊ ਕਿੰਨੀ ਹੋਏਗੀ? V ਡਿਵਾਈਡਡ ਬਾਏ R ਇਹਦੇ ਪੈਰਾਂ 'ਚ ਲੈ ਜਾਓ, ਡਿਵਾਈਡਡ ਬਾਏ R। ਸੋ I ਦੀ ਵੈਲਿਊ ਕਿੰਨੀ ਹੁੰਦੀ ਆ? V ਡਿਵਾਈਡਡ ਬਾਏ R। ਹੁਣ ਇਹਨੂੰ ਹੀ ਬੱਚੇ ਅਸੀਂ ਇਕੁਏਸ਼ਨ 'ਚ ਪੁੱਟ ਕਰਾਂਗੇ। ਇਹਨੂੰ ਅਸੀਂ ਇਕੁਏਸ਼ਨ ਨੰਬਰ 2 'ਚ ਪੁੱਟ ਕਰਨ ਲੱਗੇ ਹਾਂ। ਸੋ ਧਿਆਨ ਨਾਲ ਦੇਖੋ, ਤੁਹਾਡਾ ਆਨਸਰ ਕੀ ਆਏਗਾ? I ਇਜ਼ ਇਕੁਅਲਸ H ਇਜ਼ ਇਕੁਅਲਸ ਟੂ I² ਦੀ ਜਗ੍ਹਾ 'ਤੇ ਕੀ ਪੁੱਟ ਕਰਨ ਲੱਗੇ ਹਾਂ? V² H ਇਜ਼ ਇਕੁਅਲਸ ਟੂ V² ਡਿਵਾਈਡਡ ਬਾਏ R²। RT ਦੀ ਜਗ੍ਹਾ 'ਤੇ RT ਲਿਖਿਆ ਰਹਿਣ ਦਿਓ। ਠੀਕ ਹੈ, ਇੱਕ R ਦੇ ਨਾਲ ਕੱਟਿਆ ਗਿਆ, ਸਾਡੇ ਕੋਲ ਫਾਈਨਲੀ ਕਿੰਨਾ ਬਚ ਗਿਆ? V² ਡਿਵਾਈਡਡ ਬਾਏ RT। ਸੋ ਆ ਤੁਹਾਡਾ ਨੈਕਸਟ H ਦਾ ਫਾਰਮੂਲਾ ਆ ਗਿਆ ਇਨ ਜਾਊਲਸ ਦੇ ਵਿੱਚ। ਠੀਕ ਹੈ, ਹੀਟਿੰਗ ਇਫੈਕਟ ਦੇ ਬੱਚੇ ਅਸੀਂ 3 ਫਾਰਮੂਲੇਸ ਕੱਢੇ। ਫਸਟ ਕੀ ਸੀ? H ਇਜ਼ VIT। ਨੈਕਸਟ ਅਸੀਂ ਕੱਢਿਆ H ਇਜ਼ ਇਕੁਅਲਸ ਟੂ I² RT। ਨੈਕਸਟ H ਇਜ਼ ਇਕੁਅਲਸ ਟੂ V² T/R। ਇਹਦਾ ਮਤਲਬ 3 ਫਾਰਮੂਲੇਸ ਕੱਢੇ। ਸੋ ਇਸ ਤਿੰਨਾਂ ਫਾਰਮੂਲੇਸ ਨੂੰ ਅਸੀਂ ਕੀ ਕਹਿੰਦੇ ਆ? ਜਾਊਲ
ਲੋ ਆਫ ਹੀਟਿੰਗ। ਕਲੀਅਰ ਹੋ ਗਿਆ ਬੱਚੇ। ਸੋ ਇਹ ਤੁਹਾਡਾ ਮੈਥਮੈਟੀਕਲ ਪੋਰਸ਼ਨ ਵੀ ਇਕੱਲਾ ਲਿਖ ਕੇ ਆਉਂਗੇ ਤਾਂ ਤੁਹਾਡਾ ਚੱਲੇਗਾ, ਠੀਕ ਹੈ। ਇੱਥੋਂ ਸਿਰਫ ਇੰਨਾ ਲਿਖ ਲੈਣਾ ਆ ਟਰਮ, ਦੈਨ ਆ ਟਰਮ ਲਿਖ ਲੈਣਾ, ਦੱਸ ਦੇਣਾ ਕਿ ਕਿਊ ਕੀ ਆ ਤੁਹਾਡਾ ਟੋਟਲ ਚਾਰਜ ਇਜ਼ ਇਕੁਅਲਸ ਟੂ ਸਿਰਫ ਆ ਟਰਮ ਲਿਖ ਕੇ ਉਸ ਤੋਂ ਬਾਅਦ ਸੈਕਿੰਡ ਪੇਜ ਬੱਚੇ ਆ ਤੁਸੀਂ ਸਾਰਾ ਲਿਖਣਾ ਮੈਥਮੈਟੀਕਲ ਪੋਰਸ਼ਨ। ਸੋ ਇੱਥੇ ਤੱਕ ਤੁਹਾਡਾ ਆਰਟੀਕਲ ਕੰਪਲੀਟ ਹੈ, ਠੀਕ ਹੈ। ਪੰਜਾਬੀ ਮੀਡੀਅਮ ਵਾਲੇ ਬੱਚੇ ਵੀ ਬੱਚੇ ਇਸ ਤਰੀਕੇ ਨਾਲ ਲਿਖ ਸਕਦੇ ਆ। ਜਦੋਂ ਕਿਸੇ ਚਾਲਕ ਵਿੱਚੋਂ ਬਿਜਲੀ ਕਰੰਟ ਲੰਘਦਾ ਹੈ ਤਾਂ ਗਰਮ ਹੋ ਜਾਂਦਾ ਹੈ। ਸਾਨੂੰ ਪਤਾ ਵੀ ਕਿਸੇ ਵੀ ਕੰਡਕਟਰ ਦੇ ਵਿੱਚੋਂ ਜਦੋਂ ਇਲੈਕਟ੍ਰੀਸਿਟੀ ਪਾਸ ਹੋਏਗੀ ਤਾਂ ਕੀ ਹੋਣਗੇ, ਉਹਦੇ ਵਿੱਚੋਂ ਹੀਟ ਅਪ ਹੋ ਜਾਏਗਾ, ਗਰਮ ਹੋ ਜਾਊਗਾ, ਠੀਕ ਹੈ। ਇਸ ਲਈ ਇਸ ਨੂੰ ਜੂਲ ਦਾ ਤਾਪ ਨਿਯਮ ਕਿਹਾ ਜਾਂਦਾ ਹੈ। ਇਸ ਲਈ ਇਹਨੂੰ ਜਾਊਲਸ ਹੀਟਿੰਗ ਇਫੈਕਟ ਕਹਿੰਦੇ ਆ ਕਿ ਜਿੱਦਾਂ ਹੀ ਅਸੀਂ ਇਹਨੂੰ ਇਲੈਕਟ੍ਰਿਕਸਿਟੀ ਪਾਸ ਕੀਤੀ ਤਾਂ ਉਹ ਗਰਮ ਹੋ ਗਿਆ, ਠੀਕ ਹੈ। ਸੋ ਬੱਚੇ ਤੁਹਾਡੀ ਬੁੱਕ ਦੇ ਵਿੱਚ ਇਸ ਤਰ੍ਹਾਂ ਨਾਲ ਐਕਸਪਲੇਨ ਕੀਤਾ ਹੋਇਆ ਸੀ। ਕਰੰਟ ਦੀ ਵਰਗ ਦੇ ਸਿੱਧਾ ਅਨੁਪਾਤੀ ਹੈ H ਇਨਵਰਸਲੀ ਪ੍ਰਪੋਰਸ਼ਨਲ ਟੂ I ਸਕੇਅਰ। ਬੱਚੇ ਅਗਰ ਤੁਸੀਂ ਇਸ ਤਰੀਕੇ ਨਾਲ ਲਿਖਣਾ ਹੋਇਆ ਤਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। H ਦੀ ਵੈਲਿਊ ਸਿੱਧੀ ਆ ਗਈ I ਸਕੇਅਰ RT, ਠੀਕ ਹੈ। ਅਗਰ ਤੁਸੀਂ ਇੰਗਲਿਸ਼ ਵਾਂਗੂ ਜਿਸ ਤਰ੍ਹਾਂ ਮੀਡੀਅਮ 'ਚ ਲਿਖਿਆ ਉੱਦਾਂ ਲਿਖਣਾ ਤਾਂ ਉਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਸਿਮਿਲਰਲੀ ਇੰਗਲਿਸ਼ ਮੀਡੀਅਮ ਵਾਲੇ ਅਗਰ ਤੁਹਾਨੂੰ ਪੰਜਾਬੀ ਮੀਡੀਅਮ ਵਾਲਾ ਈਜ਼ੀ ਲੱਗ ਰਿਹਾ ਤਾਂ ਤੁਸੀਂ ਇੱਦਾਂ ਵੀ ਲਿਖ ਸਕਦੇ ਆ, ਠੀਕ ਹੈ। ਸੋ ਇਹਦਾ ਮਤਲਬ I ਸਕੇਅਰ RT ਤੁਹਾਡਾ ਸਿੱਧਾ ਆਨਸਰ ਆ ਗਿਆ। ਪਰ ਤੁਹਾਨੂੰ ਬੱਚੇ ਆ ਮੈਥਮੈਟੀਕਲ ਪੋਰਸ਼ਨ ਸਿਰਫ ਆ ਨਹੀਂ ਕੱਢ ਕੇ ਆਉਣਾ, ਤੁਸੀਂ ਆ ਬਾਕੀ ਵੀ ਸੋਲਵ ਕਰਨੇ ਆ ਕਿ H ਦੀ ਵੈਲਿਊ ਕਿੱਦਾਂ ਆਈ ਅਤੇ ਆਹ ਵਾਲੀ H ਦੀ ਵੈਲਿਊ ਕਿਸ ਤਰ੍ਹਾਂ ਆਈ। ਸਾਨੂੰ 3 ਦੇ 3 H ਦੀ ਵੈਲਿਊ ਚਾਹੀਦੀ ਆ। ਸੋ ਅਗਰ ਕਿਸੇ ਵੀ ਮੈਥਮੈਟੀਕਲ ਪਾਰਟ ਵਿੱਚ ਕੋਈ ਪ੍ਰੋਬਲਮ ਹੋਵੇ ਜਾਂ ਕੁਝ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।